2019 ਵਿੱਚ ਪੰਜਾਬ ਵਿੱਚ ਵੱਡੇ ਹੜ੍ਹ ਆਏ ਸੀ। ਇਸ ਕਮੇਟੀ ਦੀ ਫਾਈਂਡਿੰਗ ਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ ਜਿਹੜੇ ਪੰਜਾਬ ਦੇ ਵਿੱਚ ਸਾਲ 2019 ਚ ਹੜ੍ਹ ਆਏ ਸੀ ਉਹਨਾਂ ਹੜ੍ਹਾਂ ਦੀ ਵਜ੍ਹਾ BBMB ਸੀ। ਹਰ ਇੱਕ ਬੰਦਾ ਇਹੋ ਗੱਲ ਕਹਿ ਰਿਹਾ ਸੀ ਕਿ ਹੜ੍ਹ 88 ਵਰਗੇ ਹੜ੍ਹ ਨੇ। ਇੱਕੋ ਦਮ ਰਾਤ ਨੂੰ ਹੀ ਪਾਣੀ BBMB ਵੱਲੋਂ ਪੰਜਾਬ ਦੇ ਦਰਿਆਵਾਂ 'ਚ ਛੱਡ ਦਿੱਤਾ ਗਿਆ ਸੀ। BBMB ਵੱਲੋਂ ਭਾਰਤ ਸਰਕਾਰ ਦੇ ਨਾਲ ਮਿਲ ਕੇ, ਭਾਰਤੀ ਫੌਜ ਦੇ ਨਾਲ ਮਿਲ ਕੇ ਇਹ ਜਾਣਬੁੱਝ ਕੇ ਪਾਣੀ ਛੱਡਿਆ ਗਿਆ ਤਾਂ ਕਿ ਦਰਿਆਵਾਂ ਦੇ ਕੰਢੇ ਖੇਤਾਂ ਦੇ ਵਿੱਚ 18 ਬਣਾ ਕੇ ਰਹਿੰਦੇ ਖਾੜਕੂ ਜਿਹੜੇ ਆ ਉਹਨਾਂ ਦੀਆਂ 18 ਖਤਮ ਕੀਤੀਆਂ ਜਾਣ। ਜਿੰਨੇ ਡੈਮ ਨੇ ਪੰਜਾਬ ਦੇ, ਇਹ ਸਾਰੇ ਪੰਜਾਬ ਦੇ ਕੰਢਿਆਂ ਤੇ ਜਿੱਥੇ ਪੰਜਾਬ ਤੇ ਹਿਮਾਚਲ ਦੀ ਹੱਦ ਪੈਂਦੀ ਆ ਉਸ ਹੱਦ ਤੇ ਪੰਜਾਬ ਦੇ ਸਿਰ ਦੇ ਉੱਤੇ ਇਹ ਡੈਮ ਨੇ ਤੇ ਉਸ ਦੇ ਵਿੱਚੋਂ ਫਿਰ ਪੰਜਾਬ ਨੂੰ ਕੀ ਮਿਲਿਆ? ਡੱਖਾ ਵੀ ਨਹੀਂ। ਜੇ ਇਹ ਡੈਮ ਟੁੱਟਦੇ ਨੇ ਜਾਂ ਇਹਨਾਂ ਡੈਮਾਂ 'ਚੋਂ ਪਾਣੀ ਛੱਡਿਆ ਜਾਂਦਾ ਤਾਂ ਮਿੰਟਾਂ ਦੇ ਵਿੱਚ ਪੰਜਾਬ ਬਰਬਾਦ ਕੀਤਾ ਜਾ ਸਕਦਾ। ਪੰਜਾਬ ਨੂੰ ਹੁਣ ਤੱਕ ਉਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਸਿਰਫ 40 ਕਰੋੜ ਰੁਪਇਆ ਜਾਰੀ ਕੀਤਾ ਗਿਆ, ਜਦ ਕਿ ਪੰਜਾਬ ਦਾ ਨੁਕਸਾਨ ਹੋਇਆ ਸੀ 124 ਕਰੋੜ ਰੁਪਏ ਦਾ ਤੇ ਹਿਮਾਚਲ ਦਾ ਜਿਹਦਾ ਨੁਕਸਾਨ ਹੋਇਆ ਸੀ 65 ਕਰੋੜ ਰੁਪਏ ਦਾ, ਉਸ ਨੂੰ 814 ਕਰੋੜ ਰੁਪਇਆ ਜਿਹੜਾ ਆ ਉਹ ਨੁਕਸਾਨ ਦੀ ਭਰਪਾਈ ਲਈ ਜਾਰੀ ਕੀਤਾ ਗਿਆ। ਪੰਜਾਬ ਦੇ ਨਾਲ ਵੱਡਾ ਦਗਾ ਕੀਤਾ ਗਿਆ ਆ ਕੇਂਦਰ ਦੀ ਸਰਕਾਰ ਵੱਲੋਂ, ਪਰ ਪੰਜਾਬ ਦੇ ਸਿਆਸਤਦਾਨ ਉਹ ਆਪਣੇ ਫਾਰਮ ਹਾਊਸਾਂ ਤੇ, ਆਪਣੀਆਂ ਆਲੀਸ਼ਾਨ ਰਿਹਾਇਸ਼ਾਂ ਤੇ ਆਨੰਦ ਲੈਣ ਦੇ ਵਿੱਚ ਮਸ਼ਰੂਫ ਨੇ। ਸਿਰਫ ਸੱਤਾ ਧਿਰ ਹੀ ਨਹੀਂ, ਇੱਥੇ ਵਿਰੋਧੀ ਧਿਰਾਂ ਵੀ ਦੋਸ਼ੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2019 ਵਿੱਚ ਪੰਜਾਬ ਵਿੱਚ ਵੱਡੇ ਹੜ੍ਹ ਆਏ ਸੀ। ਇਹਨਾਂ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਸੀ। ਕਈ ਕੀਮਤੀ ਜਾਨਾਂ ਇਹਨਾਂ ਹੜ੍ਹਾਂ ਦੇ ਵਿੱਚ ਚਲੇ ਗਈਆਂ ਸੀ। ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਹੁਣ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਮੇਟੀ ਜੋ ਭਾਰਤ ਸਰਕਾਰ ਵੱਲੋਂ ਬਣਾਈ ਗਈ ਸੀ, ਇੱਕ ਪਾਰਲੀਮੈਂਟਰੀ ਕਮੇਟੀ ਸੀ, ਸਟੈਂਡਿੰਗ ਕਮੇਟੀ ਔਨ ਵਾਟਰ ਰਿਸੋਰਸਿਸ। ਇਸ ਕਮੇਟੀ ਦੀ ਰਿਪੋਰਟ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਜਨਤਕ ਕੀਤੀ ਗਈ ਆ, ਪਾਰਲੀਮੈਂਟ ਦੇ ਵਿੱਚ ਰੱਖੀ ਗਈ ਆ। ਤਾਂ ਇਸ ਰਿਪੋਰਟ ਦੀਆਂ ਜਿਹੜੀਆਂ ਫਾਈਂਡਿੰਗਸ ਨੇ ਜਾਂ ਇਸ ਰਿਪੋਰਟ ਦੇ ਵਿੱਚ ਜੋ ਕਿਹਾ ਗਿਆ ਉਹ ਅੱਖਾਂ ਖੋਲ੍ਹਣ ਵਾਲਾ ਆ। ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ 2019 ਦੇ ਵਿੱਚ ਪੰਜਾਬ 'ਚ ਹੜ੍ਹ ਆਏ ਸੀ, ਵੱਡੀ ਹੜ੍ਹਾਂ ਦੀ ਮਾਰ ਪੰਜਾਬ 'ਤੇ ਪਈ ਸੀ, ਤਾਂ ਉਦੋਂ ਇਹ ਗੱਲਾਂ ਉੱਠੀਆਂ ਸੀ ਕਿ ਇਹਨਾਂ ਹੜ੍ਹਾਂ ਦੇ ਪਿੱਛੇ BBMB ਦਾ ਹੱਥ ਹੈ। ਪਰ ਉਦੋਂ BBMB ਇਸ ਗੱਲ ਤੋਂ ਕਿਨਾਰਾ ਕਰਦੀ ਸੀ ਕਿ ਇਹ ਇੱਕ ਨੈਚੁਰਲ ਕਲੈਮਿਟੀ ਆ। ਸਰਕਾਰ ਵੀ ਇਹ ਗੱਲ ਕਹਿੰਦੀ ਸੀ ਕਿ ਇਹ ਇੱਕ ਨੈਚੁਰਲ ਕਲੈਮਿਟੀ ਆ, ਇੱਕ ਕੁਦਰਤੀ ਆਫਤ ਆ ਤੇ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ। ਪਰ ਹੁਣ ਭਾਰਤ ਦੀ ਪਾਰਲੀਮੈਂਟ ਦੀ ਇਹ ਸਟੈਂਡਿੰਗ ਕਮੇਟੀ ਔਨ ਵਾਟਰ ਰਿਸੋਰਸਿਸ ਦੀ ਜਿਹੜੀ ਰਿਪੋਰਟ ਆ, ਜਿਹਨੇ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਨਾਂ ਦੀ ਜਾਂਚ ਕੀਤੀ ਆ, ਉਹਨਾਂ ਦੇ ਕਾਰਨ ਲੱਭੇ ਨੇ ਤੇ ਹੜ੍ਹਾਂ ਦੇ ਵਿੱਚ ਜੋ ਨੁਕਸਾਨ ਹੋਇਆ ਉਹਦਾ ਵੇਰਵਾ ਜਿਹੜਾ ਆ ਉਹ ਸਾਂਝਾ ਕੀਤਾ ਆ, ਉਹ ਸਾਹਮਣੇ ਲਿਆਂਦਾ ਆ। ਤਾਂ ਇਸ ਕਮੇਟੀ ਦੀ ਫਾਈਂਡਿੰਗ ਦੇ ਵਿੱਚ ਸਪਸ਼ਟ ਲਿਖਿਆ ਗਿਆ ਕਿ ਜਿਹੜੇ ਪੰਜਾਬ ਦੇ ਵਿੱਚ ਸਾਲ 2019 ਚ ਹੜ੍ਹ ਆਏ ਸੀ ਉਹਨਾਂ ਹੜ੍ਹਾਂ ਦੀ ਵਜ੍ਹਾ BBMB ਸੀ। ਇਸ ਕਮੇਟੀ ਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਡੈਮਾਂ ਦਾ ਪ੍ਰਬੰਧ ਕਰਨ ਵਾਲੀ ਜਿਹੜਾ ਅਦਾਰਾ ਆ BBMB ਆ, ਉਸ ਵੱਲੋਂ ਸਹੀ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਡੈਮਾਂ ਤੋਂ ਨਹੀਂ ਛੱਡਿਆ ਗਿਆ। ਤੇ ਉਦੋਂ ਵੀ ਜਦੋਂ 2019 'ਚ ਹੜ੍ਹ ਆਏ ਸੀ ਤੇ ਪੰਜਾਬ ਦੇ ਲੋਕਾਂ ਨੇ ਇਹੋ ਕਿਹਾ ਸੀ ਕਿ BBMB ਨੇ ਜਾਣ-ਬੁੱਝ ਕੇ ਇੱਕੋ ਦਮ ਚੰਦ ਮਿੰਟਾਂ ਦੇ ਵਿੱਚ ਜਿਹੜਾ ਆ ਉਹ ਪਾਣੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਦਰਿਆਵਾਂ 'ਚ ਛੱਡਿਆ, ਜਿਹਦੇ ਕਰਕੇ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਆਸਿਆ ਨਹੀਂ ਜਾ ਸਕਦਾ, ਐਡਾ ਵੱਡਾ ਨੁਕਸਾਨ ਹੋਇਆ ਸੀ। ਤੇ ਹੁਣ ਇਹ ਭਾਰਤ ਦੀ ਪਾਰਲੀਮੈਂਟਰੀ ਦੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਵੀ ਇਹੋ ਗੱਲ ਕਹਿ ਰਹੀ ਆ ਕਿ ਇਹ ਜੋ ਆਪਦਾ ਆਈ ਸੀ, ਜੋ ਇਹ ਵਿਪਤਾ ਪੰਜਾਬ 'ਤੇ ਪਈ ਸੀ, ਇਸ ਦੀ ਵਜ੍ਹਾ BBMB ਆ। ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਕੋਈ ਨਵੀਂ ਗੱਲ ਨਹੀਂ। ਪੰਜਾਬ ਦੇ ਵਿੱਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ 1984 'ਚ, ਤਾਂ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ ਸਵੈਮਾਨ ਲਈ, ਆਪਣੀ ਆਜ਼ਾਦੀ ਲਈ, ਆਪਣੇ ਹੱਕਾਂ ਲਈ ਪੰਜਾਬ ਦੇ ਨੌਜਵਾਨਾਂ ਨੇ ਹਥਿਆਰ ਚੁੱਕੇ ਤੇ ਪੰਜਾਬ ਦੇ ਵਿੱਚ ਇੱਕ ਵੱਡੀ ਖਾੜਕੂ ਸੰਘਰਸ਼ ਦੀ ਸ਼ੁਰੂਆਤ ਹੋਈ। ਉਹਨਾਂ ਸਮਿਆਂ ਦੇ ਵਿੱਚ ਵੀ ਸਾਲ 1988 ਦੀ ਗੱਲ ਆ, 1988 ਦੇ ਹੜ੍ਹ
ਹਰ ਇੱਕ ਪੰਜਾਬੀ ਨੂੰ ਯਾਦ ਨੇ। ਤਾਂ ਇਸ ਵਾਰ ਵੀ ਜਦੋਂ 2019 'ਚ ਹੜ੍ਹ ਆਏ ਸੀ ਤਾਂ ਹਰ ਇੱਕ ਬੰਦਾ ਇਹੋ ਗੱਲ ਕਹਿ ਰਿਹਾ ਸੀ ਕਿ ਹੜ੍ਹ 88 ਵਰਗੇ ਹੜ੍ਹ ਨੇ, ਤੇ 88 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹੜ੍ਹ ਆਏ ਸੀ। ਇੱਕੋ ਦਮ ਰਾਤ ਨੂੰ ਹੀ ਪਾਣੀ BBMB ਵੱਲੋਂ ਪੰਜਾਬ ਦੇ ਦਰਿਆਵਾਂ 'ਚ ਛੱਡ ਦਿੱਤਾ ਗਿਆ ਸੀ। ਤਾਂ ਉਦੋਂ ਜੋ BBMB ਦਾ ਚੇਅਰਮੈਨ ਸੀ, ਉਹ BBMB ਦਾ ਚੇਅਰਮੈਨ ਭਾਰਤੀ ਫੌਜ ਦਾ ਇੱਕ ਵੱਡਾ ਜਰਨਲ ਸੀ, ਉਹ ਸੀ ਮੇਜਰ ਜਨਰਲ BN ਕੁਮਾਰ। ਇਹ ਸਾਲ 1988 ਦੀ ਗੱਲ ਆ। ਤੇ ਉਦੋਂ ਜਦੋਂ ਇਹ ਹੜ੍ਹ ਆਏ, ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ 600 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ, ਤੇ ਕੱਟਾ ਬੱਛਾ ਜਾਨਵਰ ਜਿਹੜਾ ਆ ਉਹ ਅਣਗਿਣਤ ਮਾਰੇ ਗਏ ਸੀ। ਤਾਂ ਉਦੋਂ ਇਹ ਗੱਲ ਕਹੀ ਜਾਂਦੀ ਆ ਕਿ BBMB ਵੱਲੋਂ ਭਾਰਤ ਸਰਕਾਰ ਦੇ ਨਾਲ ਮਿਲ ਕੇ, ਭਾਰਤੀ ਫੌਜ ਦੇ ਨਾਲ ਮਿਲ ਕੇ ਇਹ ਜਾਣਬੁੱਝ ਕੇ ਪਾਣੀ ਛੱਡਿਆ ਗਿਆ ਤਾਂ ਕਿ ਦਰਿਆਵਾਂ ਦੇ ਕੰਢੇ ਖੇਤਾਂ ਦੇ ਵਿੱਚ 18 ਬਣਾ ਕੇ ਰਹਿੰਦੇ ਖਾੜਕੂ ਜਿਹੜੇ ਆ ਉਹਨਾਂ ਦੀਆਂ 18 ਖਤਮ ਕੀਤੀਆਂ ਜਾਣ, ਤੇ ਇੱਕ ਵੱਡਾ ਆਪਰੇਸ਼ਨ ਚਲਾਇਆ ਗਿਆ ਜਿਹਦੇ ਵਿੱਚ ਕਿ ਖਾੜਕੂਆਂ ਨੂੰ ਚੁਣ ਚੁਣ ਕੇ ਮਾਰਿਆ ਗਿਆ। ਤੇ ਇਸ ਗੱਲ ਦਾ ਫਿਰ ਖਾੜਕੂ ਸਿੰਘਾਂ ਨੇ ਬਦਲਾ ਲੈਂਦਿਆਂ 1988 ਦੇ ਵਿੱਚ ਹੀ ਇਹ BBMB ਦਾ ਜੋ ਚੇਅਰਮੈਨ ਸੀ ਮੇਜਰ ਜਨਰਲ BN ਕੁਮਾਰ, ਇਸ BBMB ਦੇ ਚੇਅਰਮੈਨ ਨੂੰ ਖਾੜਕੂ ਸਿੰਘਾਂ ਨੇ ਪਾਰ ਬੁਲਾ ਦਿੱਤਾ ਸੀ, ਖਾੜਕੂ ਸਿੰਘਾਂ ਨੇ ਮਾਰ ਦਿੱਤਾ ਸੀ। ਤੇ ਹੁਣ 2019 ਦੇ ਵਿੱਚ ਵੀ ਇਹ ਜਿਵੇਂ ਹੜ੍ਹ ਆਏ ਤਾਂ ਹਰ ਇੱਕ ਪੰਜਾਬੀ, ਹਰ ਇੱਕ ਸਿੱਖ ਇਹੋ ਗੱਲ ਕਹਿ ਰਿਹਾ ਸੀ ਕਿ ਇਹ ਜਾਣਬੁੱਝ ਕੇ ਪੰਜਾਬ ਦੀ ਆਰਥਿਕਤਾ ਨੂੰ ਖਰਾਬ ਕਰਨ ਲਈ, ਕਿਉਂਕਿ ਪੰਜਾਬ ਦੇ ਲੋਕ ਉਸ ਸਮੇਂ ਕਸ਼ਮੀਰ ਦੇ ਲੋਕਾਂ ਦੇ ਨਾਲ ਖੜੇ ਹੋਏ ਸੀ ਜਦੋਂ ਭਾਰਤ ਨੇ ਕਸ਼ਮੀਰ ਦੇ ਵਿੱਚੋਂ ਧਾਰਾ 370 ਨੂੰ ਤੋੜ ਦਿੱਤਾ ਸੀ। ਤਾਂ ਇਹ ਕਿਹਾ ਜਾ ਰਿਹਾ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣ ਲਈ, ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣ ਲਈ ਇਹ ਹੜ੍ਹ ਪੰਜਾਬ 'ਚ ਲਿਆਂਦੇ ਗਏ ਆ। ਤਾਂ ਉਸ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਦੂਜੀ ਜਾਣਕਾਰੀ ਸਾਂਝੀ ਕਰਦੇ ਹਾਂ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਪੰਜਾਬ ਦੇ ਕੰਢਿਆਂ ਦੇ ਉੱਤੇ, ਵੈਸੇ ਤਾਂ ਉਹ ਸਾਰੀ ਜਗ੍ਹਾ ਪੰਜਾਬ ਦੀ ਆ, ਉਹ ਸਾਰੀ ਜ਼ਮੀਨ ਪੰਜਾਬ ਦੀ ਆ, ਪਰ ਜਦੋਂ ਪੰਜਾਬ ਦੀ ਰੀਆਰਗਨਾਈਜੇਸ਼ਨ ਹੋਈ, ਪੰਜਾਬ ਦੀ ਵੰਡ ਕੀਤੀ ਗਈ 1966 ਦੇ ਵਿੱਚ, ਤਾਂ ਉਦੋਂ ਜੇ ਤੁਸੀਂ ਗੂਗਲ ਮੈਪ ਦੇ ਉੱਤੇ ਦੇਖੋ ਤਾਂ ਜਿੰਨੇ ਇਹ ਡੈਮ ਨੇ, ਭਾਵੇਂ ਉਹ ਭਾਖੜਾ ਡੈਮ ਹੋਵੇ, ਚਾਹੇ ਉਹ ਸ਼ਾਹਪੁਰ ਕੰਢੀ ਜਿੱਥੇ ਹੁਣ ਡੈਮ ਬਣ ਰਿਹਾ ਉਹਦੇ ਨਾਲ ਡੈਮ ਹੋਵੇ, ਜਿੰਨੇ ਡੈਮ ਨੇ ਪੰਜਾਬ ਦੇ, ਇਹ ਸਾਰੇ ਪੰਜਾਬ ਦੇ ਕੰਢਿਆਂ 'ਤੇ, ਜਿੱਥੇ ਪੰਜਾਬ ਤੇ ਹਿਮਾਚਲ ਦੀ ਹੱਦ ਪੈਂਦੀ ਆ ਉਸ ਹੱਦ 'ਤੇ ਨੇ। ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਡੈਮ ਨੇ ਉਹ ਸਾਰੇ ਪਿੰਡ ਪੰਜਾਬੀ ਬੋਲਦੇ ਇਲਾਕੇ ਨੇ। ਤਾਂ ਉਦੋਂ 1966 ਦੇ ਵਿੱਚ ਇੱਕ ਰੇੜਕਾ ਪਾ ਕੇ ਰੱਖਣ ਲਈ, ਇਹਨਾਂ ਡੈਮਾਂ ਦਾ ਪ੍ਰਬੰਧ ਵਿਵਾਦਤ ਬਣਾਉਣ ਲਈ, ਇਹ ਜਾਣਬੁੱਝ ਕੇ ਇਹਨਾਂ ਇਲਾਕਿਆਂ ਨੂੰ, ਇਹਨਾਂ ਖਿੱਤਿਆਂ ਨੂੰ ਹਿਮਾਚਲ ਦੇ ਵਿੱਚ ਪਾ ਦਿੱਤਾ ਗਿਆ। ਤੇ ਉਸ ਤੋਂ ਬਾਅਦ ਫਿਰ ਇਸੇ ਆਧਾਰ ਦੇ ਉੱਤੇ ਇਸ ਕੇਂਦਰੀ ਅਦਾਰੇ ਦੀ ਸਥਾਪਨਾ ਕੀਤੀ ਗਈ ਜਿਸ ਨੂੰ BBMB ਕਿਹਾ ਜਾਂਦਾ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਤੇ ਇਸ ਦੀ ਸਥਾਪਨਾ ਕੀਤੀ ਗਈ ਕਿ ਇਹ ਜਿਹੜੇ ਡੈਮ ਨੇ ਇਹ 2 ਸੂਬਿਆਂ 'ਚ ਪੈਂਦੇ ਨੇ, ਇਹ ਦਰਿਆ 2 ਸੂਬਿਆਂ 'ਚੋਂ ਲੰਘਦੇ ਆ। ਡੈਮਾਂ ਤੋਂ ਬਣਨ ਵਾਲੀ ਬਿਜਲੀ ਤੇ ਇਹਨਾਂ ਦਰਿਆਵਾਂ ਤੋਂ ਜਿਹੜਾ ਪਾਣੀ ਨਿਕਲਦਾ ਹੈ, ਜਿਹੜਾ ਕਿ ਅੱਗੇ ਇਰੀਗੇਸ਼ਨ ਲਈ ਵਰਤਿਆ ਜਾਂਦਾ ਹੈ, ਉਹਦੇ ਪ੍ਰਬੰਧ ਲਈ ਇਹ ਇੱਕ ਕੇਂਦਰੀ ਅਦਾਰਾ ਸਥਾਪਿਤ ਕੀਤਾ ਗਿਆ। ਤੇ ਉਸ ਦੇ ਵਿੱਚੋਂ ਫਿਰ ਪੰਜਾਬ ਨੂੰ ਕੀ ਮਿਲਿਆ? ਡੱਖਾ ਵੀ ਨਹੀਂ। ਪੰਜਾਬ ਦੇ ਸਿਰ ਦੇ ਉੱਤੇ ਇਹ ਡੈਮ ਨੇ ਜਿਹੜੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਥੰਮ ਕੇ ਰੱਖਦੇ ਆ, ਰੋਕ ਕੇ ਰੱਖਦੇ ਆ। ਤੇ ਉਸ ਦੇ ਨਾਲ ਜਿੱਥੇ ਪੰਜਾਬ ਦੇ ਦਰਿਆ ਜਿਹੜੇ ਆ ਉਹ ਸੁੱਕਣ ਦੀ ਕਗਾਰ 'ਤੇ ਪਹੁੰਚੇ ਹੋਏ ਆ, ਤੇ ਦੂਜੇ ਪਾਸੇ ਪੰਜਾਬ ਦੇ ਸਿਰ 'ਤੇ ਇੱਕ ਵੱਡਾ ਖਤਰਾ ਆ। ਕਿਸੇ ਵੀ ਸਮੇਂ ਜੇ ਇਹ ਡੈਮ ਟੁੱਟਦੇ ਨੇ ਜਾਂ ਇਹਨਾਂ ਡੈਮਾਂ 'ਚੋਂ ਪਾਣੀ ਛੱਡਿਆ ਜਾਂਦਾ ਤਾਂ ਮਿੰਟਾਂ ਦੇ ਵਿੱਚ ਪੰਜਾਬ ਬਰਬਾਦ ਕੀਤਾ ਜਾ ਸਕਦਾ। ਪਰ ਇੰਨਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਪੰਜਾਬ ਦੇ ਪੱਲੇ ਕੱਖ ਨਹੀਂ ਪਿਆ। ਅੱਜ ਭਾਵੇਂ ਸਾਰੇ ਪੰਜਾਬ ਦੇ ਸਿਆਸਤਦਾਨ, ਜਿੱਥੇ ਪੰਜਾਬ ਦੇ ਵਿੱਚ ਆਪਣੇ ਗਵਾਂਢੀ ਸੂਬਿਆਂ ਤੋਂ ਵੱਧ ਮਹਿੰਗੀ ਬਿਜਲੀ ਆ, ਸਭ ਤੋਂ ਵੱਧ ਮਹਿੰਗੀ ਬਿਜਲੀ ਆ, ਤਾਂ ਉੱਥੇ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਗੱਲ 'ਤੇ ਲੁਭਾ ਰਹੇ ਆ ਕਿ ਤੁਹਾਨੂੰ 100 ਯੂਨਿਟ ਅਸੀਂ ਫ੍ਰੀ ਦੇਵਾਂਗੇ, 200 ਯੂਨਿਟ, 300 ਯੂਨਿਟ ਫ੍ਰੀ ਦੇਵਾਂਗੇ। ਪਰ ਕੋਈ ਪੰਜਾਬ ਦੇ ਇਸ ਹੱਕ ਦੀ ਗੱਲ ਨਹੀਂ ਕਰ ਰਿਹਾ ਕਿ ਜੋ ਪੰਜਾਬ ਦੇ ਇਹ ਸਿਰ 'ਤੇ ਬਣੇ ਹੋਏ ਡੈਮ ਨੇ, ਪੰਜਾਬ ਦੀਆਂ ਦਰਿਆਵਾਂ 'ਤੇ ਬਣੇ ਡੈਮ ਆ, ਇਹਨਾਂ ਤੋਂ ਬਣਨ ਵਾਲੀ ਬਿਜਲੀ ਤੇ ਇਹਨਾਂ ਤੋਂ ਨਿਕਲਣ ਵਾਲਾ ਸਿੰਚਾਈ ਵਾਲਾ ਪਾਣੀ ਜਿਹੜਾ ਆ ਉਹ ਅਸੀਂ ਪੰਜਾਬ ਨੂੰ ਦਵਾਵਾਂਗੇ। ਤਾਂ ਇਹ ਤਾਂ ਮਸਲਾ ਸੀ ਜੋ ਪੰਜਾਬ ਦੇ ਵਿੱਚ, ਚਾਹੇ ਉਹ ਪੰਜਾਬ ਦੇ ਸਿਆਸਤਦਾਨ ਨੇ ਜਾਂ ਦਿੱਲੀ ਤੋਂ ਆ ਕੇ ਸਿਆਸਤਦਾਨ ਇੱਥੇ ਰਾਜ ਕਰਨਾ ਚਾਹੁੰਦੇ ਆ, ਇਹ ਉਹਨਾਂ ਦੀ ਮੈਂ ਤੁਹਾਨੂੰ ਨੀਤ ਤੇ ਉਹਨਾਂ ਦੀ ਨੀਅਤ ਦੱਸ ਰਿਹਾ। ਪਰ ਜਿਹੜਾ ਦੂਜਾ ਮਸਲਾ ਆ ਕਿ ਇਹ ਇੱਕ ਵੱਡਾ ਖਤਰਾ ਪੰਜਾਬ ਦੇ ਸਿਰ 'ਤੇ ਹਮੇਸ਼ਾ ਲਈ ਆ, ਤਾਂ ਉਸ ਦਾ ਹੁਣ ਇੱਕ ਸਬੂਤ ਜਿਹੜਾ ਆ ਉਹ ਭਾਰਤ ਦੀ ਪਾਰਲੀਮੈਂਟਰੀ ਕਮੇਟੀ ਦੀ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਇਹ BBMB ਜਦੋਂ ਚਾਹੇ ਉਹ ਪੰਜਾਬ ਦੇ ਵਿੱਚ ਹੜ੍ਹ ਲਿਆ ਸਕਦੀ ਆ। ਤੇ ਇਸ ਵਾਰ ਵੀ ਜੋ 2019 'ਚ ਹੜ੍ਹ ਆਏ ਉਹਦੇ ਵਿੱਚ ਵੱਡੀ ਨਲਾਇਕੀ ਜਿਹੜੀ ਆ ਉਹ BBMB ਦੀ ਸਾਬਤ ਹੋ ਚੁੱਕੀ ਆ।
पर पंजाब दे विचों कोई सियासतदान, कोई आगू, कोई लीडर इस रिपोर्ट के उत्ते हजे तक नहीं बोलिया। तो उस तो बाद मैं तुहानूं ये दसना चाहुंदा कि भाखड़ा डैम आ उहदे बारे जिन्नी जानकारी सानूं आ तां जदों 2019 दे विच हड़ आए सी उदों ये गल कही गई कि बरसातां वध होण कारण वध पानी जिहड़ा भाखड़ा डैम च आया, इस करके इक्को-दम वध पानी छड्डना पिया। तां उस दी वजह जो सामने आई वो यह आ कि भाखड़ा डैम दे विच एक पानी दा पੱਧਰ आ कि तुसीं इस पੱਧਰ तक पानी जिहड़ा ਉਹ स्टोर करके रख सकते हो। उस तो बाद तुहानूं वो पानी छड्डना पैना आ तां कि बाद विच कोई हड़ां दी स्थिति ना बने। पर BBMB जिहड़ी आ ਉਹ ਵੱਧ बिजली जिहड़ी पैदा करन दे चक्कर 'ਚ ਵੱਧ समय तक ਵੱਧ पानी जिहड़ा आ भाखड़ा डैम 'ਚ स्टोर करके रखदी आ एक लिमिट तो ਵੱਧ। ते उदों भी यही गलती BBMB ने कीती जां जाणबुੱਝ के कीता गया, पर इसे कारण पंजाब दे विच हड़ आए कि जिहड़ा पानी दा पੱਧਰ सी ਉਹ सही जो दिशा निर्देश सी उन्हां दे मुताबिक पानी नहीं छड्डिया गया। तो जदों पानी दा पੱਧਰ वध गया तो एकदम बिना किसी लोगों की जान माल की परवाह कीतियां ते पंजाब विच छड्ड दिता गया। तो उस तो बाद दूजा मसला सिल्ट का कि जदों ये डैम बनाए गए तो डैमां दे विच हुण जदों तो ये डैम बनया भारत कोल कोई अजिही तकनीक नहीं आ जिहदे नाल कि जो सिल्ट इकट्ठी हो रही है डैम दे विच उस सिल्ट का हल किया जा सके जां उस सिल्ट नूं कढिया जावे। तो जिमें जिमें वो सिल्ट उत्थे जमा हो रही आ तो उहदे नाल जिहड़ा डैम की जिहड़ी डंगाई आ जिन्ना पानी उहदे विच स्टोर हो सकदा जां जो असीं आंकड़िਆਂ 'ਚ देखदे आ वो सिर्फ हुण महज आंकड़िਆਂ 'ਚ रह गया। दरअसल डैम दे विच वड्डी जिहड़ी उहदी आपां कह सकते हैं डंगाई आ वो सिल्ट नाल भर चुकी आ ते उस दा कोई भी प्रबंध नहीं किया जा रहा। तो यह इत्थों दे डैमां दी स्थिति आ ते पंजाब दे लोकां नूं इहदे बारे फिक्रमंद जरूर होना चाहिए, क्योंकि डैम तो निकलिया पानी, डैम तो आया हड़ सारे पंजाब नूं बर्बाद कर सकदा है। तो हुण मैं अगली गल करां, ये तो हो गया कि जो पार्लीमेंटरी कमेटी ने अपनी रिपोर्ट 'च BBMB बारे कहा। तो अगली गल है कि नुकसान होया, भावें कि राइपेरियन कानून आ जो वो यही गल कहंदा है कि जिहड़े सूबे विचों दरिया लंघदा उस सूबे का उस दरिया के पानी नूं वरतण दा सिर्फ तो सिर्फ उस सूबे का हक है, राइपेरियन सूबे का हक है। पर पंजाब दे नाल इत्थे भी दगा होया, नुकसान पंजाब झलदा, हड़ आउंदे आ नुकसान पंजाब दा हुंदा, पर जदों पानी वरतना आ, जदों इरीगेशन लई जां पीण लई पानी लैके जाना तो मुफ्त दे विच सारा पानी BBMB दे राहीं ते हरियाणे नूं ते राजस्थान नूं दिता जा रहा। ते हुण इस नुकसान तो इलावा जो हड़ां दे विच नुकसान होर होया ते मैं उहदी गल करां तां उहदे आंकड़े जो इस रिपोर्ट दे विच सामने आए ने तां उन्हां आंकड़िਆਂ दे मुताबिक यह पार्लीमेंटरी कमेटी दी रिपोर्ट के आंकड़िਆਂ दा मैं जिक्र कर रहा। उन्हां आंकड़िਆਂ दे मुताबिक जिहड़ा ये हड़ आया सी इस हड़ दे विच जो हिमाचल च नुकसान होया, अपर राइपेरियन स्टेट आ पंजाब तो उत्ते हिमाचल आ जिथों ये दरिया लंघ के आउंदे आ, पर हिमाचल एक पहाड़ी इलाका आ, उत्थे हड़ हमेशा कहा जाता कि उन्ना वड्डा नुकसान नहीं करते जिन्ना वड्डा नुकसान हड़ जिहड़े आ वो पद्धरे जां प्लेन इलाके च आके करते आ। ते हिमाचल दे विच जिहड़ा हड़ां दा नुकसान गिणिया गया जिहदी कीमत करोड़ रुपया दे विच मैं तुहानूं दस रहा कि 65.900 करोड़ रुपया ये हिमाचल दे विच इन्हां हड़ां दे नाल नुकसान गिणिया गया, जिहदे विच कई तरह के नुकसान ने जिहड़े घरां नूं नुकसान होया, माल डंगर का नुकसान होया, होर नुकसान होए ने वो गिणे गए आ। ते दूजे पासे पंजाब दा किन्ना नुकसान होया, पंजाब दा नुकसान गिणिया गया 124.520 करोड़ रुपया। तो तुसीं ये फर्क देख सकते हो, हिमाचल का 65 करोड़ रुपया तो 124 करोड़ रुपया पंजाब का। तो हुण जदों गल आउंदी आ फंडां दी कि फिर नुकसान की भरपाई लई जिहड़े फंड जारी किए गए आ तां उहदे विच जिहड़ा हुण ये अंतर तुसीं देखियो, पंजाब नूं हुण तक उस रिपोर्ट दे विच लिखिया गया कि सिर्फ 40 करोड़ रुपया जारी किया गया, जबकि पंजाब का नुकसान होया सी 124 करोड़ रुपए का। तो हिमाचल का जिहदा नुकसान होया सी 65 करोड़ रुपए का उस नूं 814 करोड़ रुपया जिहड़ा आ वो नुकसान की भरपाई लई जारी किया गया। मैं तुहानूं एक बार फिर ये आंकड़े दस दियां कि जिहड़ा नुकसान आ
पंजाब का नुकसान होया सी 124 करोड़ रुपए का, तो हिमाचल का नुकसान होया सी 65 करोड़ रुपए का। तो जिहड़े फंड जारी किए गए आ, पंजाब नूं जारी किए गए आ 40 करोड़ दे, ते हिमाचल नूं जारी किए गए 814 करोड़ दे। तो इत्थे भी एक पंजाब दे नाल वड्डा दगा किया गया है केंद्र की सरकार वालों। पर पंजाब दे सियासतदान ओह अपने फार्म हाउसां ते, अपनियां आलीशान रहाइशां ते आनंद लैण दे विच मशरूफ ने। ते पंजाब जिसने कि वड्डा हड़ां दे विच नुकसान झल्लिया, हर थां ते पंजाब दे हक्कां ते डाका वज रिहा, पर उस लई उन्हां वल्लों कोई चाराजोई नहीं की जा रही। सिर्फ सत्ता धिर ही नहीं, इत्थे विरोधी धिरां भी दोषी ने। सारे पंजाब दे सियासतदानां दा जोर सिर्फ ते सिर्फ पंजाब दे लोकां दीयां वोटां लैके ते राज सत्ता नूं माणन वल उन्हां दा ध्यान लग्या है। पर जिथे पंजाब दे हक्कां ते डाका वज रिहा उस वल किसी दा भी कोई ध्यान नहीं। तां लोड़ है हुण कि चोणां सामणे ने, ये लीडर ये सारे ही सियासी लोग ये तुहाडे कोल हुण तुहाडे दरां ते मंगते बन के आउणगे, तुहाडे तों वोटां मंगणगे। ये तुहाडे तों वोटां मंगणगे तुहाडे पिंडां दियां, तुहाडे मुहल्लिਆਂ ਦੀਆਂ नालियां ਦੀ गल करके, तुहाडे घरां दे बाहर तुहाडीਆਂ गलियां दे विच लाए सीमेंट दे मेज़ां ਦੀ गल करके, तुहाडीਆਂ गलियां दे विच लाइयां स्ट्रीट लाइटां ਦੀ गल करके। जे तुसीं इन्हां मसलिਆਂ ते इन्हां लोकां नूं वोट पाणी आ, फिर शायद पंजाब दे हक कदे सुरੱਖਿਅਤ नहीं हो सकदे। पर जे तुसीं अपणीਆਂ आउण वालीਆਂ पीढ़ियां दा चंगा भविख चाहुंदे हो, जे तुसीं चाहुंदे हो कि जिस तरह दीयां ये त्रासदियां अगे होर वड्डियां त्रासदियां वापर सकदियां ने ये रुकण, तां तुहानूं पंजाब दे असल मुद्दिਆਂ ਦੀ गल इन्हां लोकां सामणे करनी पवेगी। तुहानूं पता होना चाहिए कि पंजाब दे नाल कित्थे कित्थे धक्का हो रहा है, कित्थे कित्थे पंजाब दे हक्कां ते डाका वज रहा है। ते जदों ये लोग तुहाडे कोल आउण तां इन्हां लोकां नूं इन्हां मसलिਆਂ ते सवाल करो, इन्हां मसलिਆਂ ते घेरो। ते असीं ये कोशिश कीती आ कि जो ये पार्लीमेंटरी कमेटी की रिपोर्ट सी इन्हां हड़ां दे बाबत ये असीं तुहाडे नाल सांझी कीती आ। ते जो हालात ने जिवें पंजाब दे हक्कां ते डाका मारिया जा रहा है उस दी जिउंदी जागदी मिसाल आ, ये असीं तुहाडे नाल सांझी कीती आ। आस करदे आ कि साडी दित्ती जानकारी तुसीं अगे होर पंजाब दे लोकां तक भी सांझी करोगे, होर अगे इस नूं फैलाउण विच साडी मदद करोगे। अगली वार किसी होर मसले दे नाल असीं TV 84 ते फिर तुहाडे सामणे पेश होवांगे। उदों तक रब राखा। वाहिगुरू जी का खालसा, वाहिगुरू जी की फतेह।